ਹੈਲੋ ਡੀਅਰ ਸਟੂਡੈਂਟਸ, ਅੱਜ ਅਸੀਂ ਕਰਾਂਗੇ ਤੁਹਾਡੀ 10ਵੀਂ ਜਮਾਤ ਦੇ ਪਾਠ 13 ਭਾਰਤੀ ਲੋਕਤੰਤਰ ਦਾ ਸਰੂਪ ਭਾਗ 5। ਪਿਆਰੇ ਬੱਚਿਓ, ਇਹ ਭਾਗ ਤੁਹਾਡੇ ਇਸ ਪਾਠ ਦਾ ਆਖਰੀ ਭਾਗ ਹੈ। ਪਹਿਲੇ 4 ਭਾਗ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਆਓ ਅਸੀਂ 5ਵੇਂ ਭਾਗ ਦੇ ਬਾਰੇ ਵਿੱਚ ਪੜ੍ਹੀਏ। ਇਸ ਭਾਗ ਦੇ ਵਿੱਚ ਅਸੀਂ ਖੇਤਰੀ ਦਲਾਂ ਦੇ ਬਾਰੇ ਵਿੱਚ ਪੜ੍ਹਾਂਗੇ। ਖੇਤਰੀ ਦਲ ਪੰਜਾਬ ਦੇ ਬਾਰੇ ਵਿੱਚ ਪੜ੍ਹਾਂਗੇ। ਤੁਹਾਨੂੰ ਸਭ ਨੂੰ ਪਤਾ ਹੈ ਪੰਜਾਬ ਦਾ ਖੇਤਰੀ ਦਲ ਕਿਹੜਾ ਹੈ? ਸ਼੍ਰੋਮਣੀ ਅਕਾਲੀ ਦਲ। ਪਿਆਰੇ ਬੱਚਿਓ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਈਸਵੀ ਦੇ ਵਿੱਚ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦੇ ਯਤਨਾਂ ਦੇ ਨਾਲ ਹੋਈ ਸੀ। ਪਿਆਰੇ ਬੱਚਿਓ, ਹੁਣ ਅਸੀਂ ਜਾਣਕਾਰੀ ਹਾਸਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਮੰਤਵ ਕਿਹੜੇ ਸਨ। ਸਭ ਤੋਂ ਪਹਿਲਾਂ ਹੈ ਗੁਰਮਤ ਅਤੇ ਮਰਿਆਦਾ ਦਾ ਪ੍ਰਚਾਰ ਕਰਨਾ, ਕਿਉਂਕਿ ਪਿਆਰੇ ਬੱਚਿਓ, ਸ਼੍ਰੋਮਣੀ ਅਕਾਲੀ ਦਲ ਹੈ ਜੋ ਉਹ ਧਰਮ ਦੇ ਆਧਾਰ 'ਤੇ ਔਰ ਭਾਸ਼ਾ ਦੇ ਆਧਾਰ 'ਤੇ ਬਣਾਇਆ ਗਿਆ ਇੱਕ ਦਲ ਹੈ, ਜਿਸ ਦਾ ਸਭ ਤੋਂ ਮੂਲ ਮੰਤਵ ਇਹ ਹੈ ਕਿ ਗੁਰਮਤ ਅਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ, ਨਾਸਤਿਕਤਾ ਅਤੇ ਮਨਮਤ ਵਿਰੁੱਧ ਪ੍ਰਚਾਰ ਕਰਨਾ। ਉਸ ਤੋਂ ਅੱਗੇ ਹੈ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਹੈਗਾ। ਗੁਰਦੁਆਰਿਆਂ ਦੇ ਜੋ ਪ੍ਰਬੰਧ ਚੱਲ ਰਹੇ ਹਨ ਉਹਦੇ ਵਿੱਚ ਸੁਧਾਰ ਕਰਦੇ ਹੋਏ ਹੋਰ ਵਿਕਾਸ ਕਰਨਾ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ, ਗਰੀਬੀ ਨੂੰ ਦੂਰ ਕਰਨਾ। ਕਿਸੇ ਵੀ ਰਾਜਨੀਤਿਕ ਦਲ ਦਾ ਮੂਲ ਮੰਤਵ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਦੇਸ਼ ਦੇ ਵਿੱਚੋਂ, ਸਾਡੇ ਰਾਜ ਦੇ ਵਿੱਚੋਂ ਗਰੀਬੀ ਦੂਰ ਕੀਤੀ ਜਾ ਸਕੇ। ਔਰ ਉਸ ਤੋਂ ਇੰਪੋਰਟੈਂਟ ਹੈ ਅਮੀਰ ਗਰੀਬ ਦੇ ਅੰਤਰ ਨੂੰ ਖਤਮ ਕਰਨਾ। ਪਿਆਰੇ ਬੱਚਿਓ, ਅਮੀਰ ਗਰੀਬ ਦਾ ਜਦੋਂ ਅੰਤਰ ਖਤਮ ਹੋ ਜਾਏਗਾ ਤਾਂ ਸਾਡੇ ਰਾਜ ਦੇ ਵਿੱਚ ਸਮਾਜਿਕ ਤੇ ਆਰਥਿਕ ਸਮਾਨਤਾ ਵੀ ਆ ਜਾਏਗੀ। ਤੇ ਸਭ ਤੋਂ ਇੰਪੋਰਟੈਂਟ ਹੈ ਸਿਹਤ ਸੁਧਾਰ। ਸਿਹਤ ਸੁਧਾਰ ਦਾ ਮਤਲਬ ਕੀ ਹੈ ਕਿ ਜੇਕਰ ਇੱਕ ਰਾਜ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਦੀ ਸਿਹਤ ਚੰਗੀ ਹੋਏਗੀ ਤਾਂ ਆਪਣੇ ਆਪ ਹੀ ਉਹ ਰਾਜ ਹੈ ਜਿਹੜਾ ਵਿਕਾਸ ਦੇ ਰਾਹ 'ਤੇ ਚੱਲ ਪਏਗਾ। ਹੁਣ ਅਸੀਂ ਪੜ੍ਹਾਂਗੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਕਾਰਜਕ੍ਰਮ ਦੇ ਬਾਰੇ। ਸਭ ਤੋਂ ਪਹਿਲਾਂ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ। ਪਿਆਰੇ ਬੱਚਿਓ, ਕਿਉਂਕਿ ਇਹ ਪੰਜਾਬ ਦਾ ਜੋ ਖੇਤਰੀ ਰਾਜਨੀਤਿਕ ਦਲ ਹੈ ਅਤੇ ਭਾਸ਼ਾ ਦੇ ਆਧਾਰ 'ਤੇ ਬਣਾਇਆ ਗਿਆ ਹੈ, ਤਾਂ ਪੰਜਾਬ ਦੀ ਰਾਖੀ ਕਰਨਾ ਇਸ ਦਾ ਪਹਿਲਾ ਫਰਜ਼ ਹੈ ਅਤੇ ਕੰਮ ਵੀ ਹੈ। ਦੂਸਰਾ ਹੈ ਵੱਖ-ਵੱਖ ਧਰਮਾਂ ਵਿੱਚ ਸ਼ਾਂਤੀ ਅਤੇ ਸਹਿਯੋਗ ਭਾਵ ਧਰਮ ਨਿਰਪੱਖਤਾ ਦੇ ਵਿੱਚ ਵਿਸ਼ਵਾਸ। ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਸਮਰਥਨ। ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਰਾਜ ਸਰਕਾਰ ਵੱਖਰੇ ਤੌਰ 'ਤੇ ਕੰਮ ਕਰਦੀ ਹੈ ਅਤੇ ਕੇਂਦਰ ਸਰਕਾਰ ਵੱਖਰੇ ਤੌਰ 'ਤੇ ਕੰਮ ਕਰਦੀ ਹੈ। ਤਾਂ ਜੋ ਇਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ, ਕਿਉਂਕਿ ਇੱਥੇ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਖੇਤੀ ਵਿੱਚ ਸੁਧਾਰ। ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਹੀ ਖੇਤੀਬਾੜੀ ਹੈ, ਇਸ ਕਰਕੇ ਖੇਤੀ ਵਿੱਚ ਸੁਧਾਰ ਲੈ ਕੇ ਆਉਣਾ ਇਹਨਾਂ ਦਾ ਸਭ ਤੋਂ ਵੱਡੀ ਨੀਤੀ ਹੈ, ਸਭ ਤੋਂ ਵੱਡਾ ਕਾਰਜਕ੍ਰਮ ਹੈ। ਸਿੱਖਿਆ ਦਾ ਵਿਕਾਸ। ਹਰ ਘਰ ਦੇ ਵਿੱਚ ਹਰ ਵਿਅਕਤੀ ਸਿੱਖਿਅਤ ਹੋਵੇ, ਇਹ ਕਿਸੇ ਵੀ ਰਾਜਨੀਤਿਕ ਦਲ ਦਾ ਮੂਲ ਮੰਤਵ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਲਾਸਟ 'ਤੇ ਹੈ ਸਾਡੇ ਕੋਲ ਸਿੱਖ ਕੌਮ ਦੀ ਮਜ਼ਬੂਤੀ, ਕਿਉਂਕਿ ਮੈਂ ਵਾਰ-ਵਾਰ ਦੱਸਿਆ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿੱਖ ਕੌਮ ਦਾ ਹੀ ਇੱਕ ਦਲ ਹੈ, ਇਸ ਕਰਕੇ ਸਿੱਖ ਕੌਮ ਦੀ ਮਜ਼ਬੂਤੀ ਤੇ ਵਿਕਾਸ ਦੇ ਲਈ ਉਹ ਵਚਨਬੱਧ ਹੈ। ਪਿਆਰੇ ਬੱਚਿਓ, ਹੁਣ ਅਸੀਂ ਕਰਾਂਗੇ ਵਿਰੋਧੀ ਦਲ ਦੀ ਭੂਮਿਕਾ। ਅਜੋਕੇ ਲੋਕਤੰਤਰ ਵਿੱਚ ਰਾਜਨੀਤਿਕ ਦਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ਼ਾਸਨ ਉੱਪਰ ਜਿਸ ਦਲ ਦਾ ਕੰਟਰੋਲ ਹੁੰਦਾ ਹੈ ਉਸਨੂੰ ਸੱਤਾਧਾਰੀ ਦਲ ਕਿਹਾ ਜਾਂਦਾ ਹੈ ਅਤੇ ਬਾਕੀ ਦੇ ਦਲਾਂ ਨੂੰ ਵਿਰੋਧੀ ਦਲ ਕਿਹਾ ਜਾਂਦਾ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਵਿਰੋਧੀ ਦਲ ਦੀ ਮਹੱਤਤਾ ਸ਼ਾਸਕ ਦਲ ਤੋਂ ਘੱਟ ਨਹੀਂ ਹੁੰਦੀ। ਵਿਰੋਧੀ ਦਲ ਵੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦਾ ਹੈ, ਲੋਕਮਤ ਦੇ ਨਿਰਮਾਣ ਕਰਨ ਵਿੱਚ ਸਹਾਇਤਾ ਕਰਦਾ ਹੈ। ਹੁਣ ਅਸੀਂ ਦੇਖਦੇ ਹਾਂ ਵਿਰੋਧੀ ਦਲ ਕੀ ਕੰਮ ਕਰਦੇ ਹਨ, ਕੀ ਭੂਮਿਕਾ ਹੈ। ਸਭ ਤੋਂ ਪਹਿਲਾਂ ਹੈ ਸਰਕਾਰ ਦੀ ਆਲੋਚਨਾ। ਵਿਰੋਧੀ ਦਲ ਦਾ ਮੁੱਖ ਕੰਮ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕਾਰਜਾਂ ਦੀ ਆਲੋਚਨਾ ਕਰਨਾ ਹੈ, ਜਿਨ੍ਹਾਂ ਨੂੰ ਇਹ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਸਮਝਦੀ ਹੈ। ਉਸ ਤੋਂ ਨੈਕਸਟ ਹੈ ਸਾਡੇ ਕੋਲ ਸਰਕਾਰ ਨਾਲ ਸਹਿਯੋਗ। ਰਾਸ਼ਟਰੀ ਮਾਮਲਿਆਂ ਵਿੱਚ ਰਾਜਨੀਤਿਕ ਦਲਾਂ ਦੇ ਦ੍ਰਿਸ਼ਟੀਕੋਣ ਦੇਸ਼ ਵਿਰੋਧੀ ਨਹੀਂ ਹੋ ਸਕਦੇ, ਅਤੇ ਇਸ ਕਰਕੇ ਜਿਹੜੇ ਵਿਰੋਧੀ ਦਲ ਵੀ ਹੁੰਦੇ ਨੇ ਉਹਨਾਂ ਦਾ ਵੀ ਫਰਜ਼ ਹੁੰਦਾ ਹੈ ਕਿ ਸਰਕਾਰ ਨਾਲ ਰਚਨਾਤਮਕ ਸਹਿਯੋਗ ਕਰੇ ਅਤੇ ਮਹੱਤਵਪੂਰਨ ਰਾਸ਼ਟਰੀ ਮਾਮਲਿਆਂ ਸੰਬੰਧੀ ਆਪਣੀ ਸਕਾਰਾਤਮਕ ਰਾਏ ਸਮੇਂ-ਸਮੇਂ 'ਤੇ ਸਰਕਾਰ ਨੂੰ ਦਿੰਦੇ ਰਹਿਣ। ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦੇਣੀ। ਲੋਕਤੰਤਰ ਦੀ ਸਫਲਤਾ ਲਈ ਲੋਕਾਂ ਦੀ ਰਾਜਨੀਤਿਕ ਜਾਗ੍ਰਿਤੀ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋਕਾਂ ਨੂੰ ਰਾਜਨੀਤਿਕ ਤੌਰ 'ਤੇ ਸਿੱਖਿਅਤ ਕਰਨ ਦਾ ਸਰਵੋਤਮ ਸਾਧਨ ਕੀ ਹੁੰਦੇ ਹੈ? ਰਾਜਨੀਤਿਕ ਦਲ। ਵਿਰੋਧੀ ਦਲ ਜਿਹੜੇ ਹੁੰਦੇ ਹੈ ਉਹ ਸਭਾ, ਗੋਸ਼ਟੀਆਂ, ਪ੍ਰਚਾਰ, ਪ੍ਰੈਸ ਦੇ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ, ਲੋਕਾਂ ਦੇ ਅੰਦਰ ਚੇਤਨਤਾ ਪੈਦਾ ਕਰਦੇ ਹਨ ਅਤੇ ਸਰਕਾਰ ਦੇ ਕੰਮਾਂ ਪ੍ਰਤੀ ਸੁਚੇਤ ਕਰਦੇ ਹਨ।
ਅੱਗੋਂ ਹੈ ਲੋਕ ਮਤ ਦਾ ਨਿਰਮਾਣ ਕਰਨਾ। ਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਸੰਬੰਧੀ ਲੋਕਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ। ਸਧਾਰਨ ਲੋਕ ਇਹਨਾਂ ਨੂੰ ਸਮਝਣ ਵਿੱਚ ਸਮਰੱਥ ਹੀ ਨਹੀਂ ਹੁੰਦੇ ਤੇ ਜੋ ਵਿਰੋਧੀ ਦਲ ਹੁੰਦੇ ਆ ਉਹ ਇਹਨਾਂ ਸਮੱਸਿਆਵਾਂ ਦੇ ਹੱਲਾਂ ਸੰਬੰਧੀ ਲੋਕਾਂ ਵਿੱਚ ਇੱਕ ਮਤ ਨੂੰ ਵਿਕਸਿਤ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦੇ ਹਨ। ਉਸ ਤੋਂ ਅੱਗੇ ਸਾਡੇ ਕੋਲ ਜਨਤਾ ਦੀਆਂ ਸ਼ਿਕਾਇਤਾਂ ਨੂੰ ਪ੍ਰਗਟ ਕਰਨਾ। ਜਨਤਾ ਨੂੰ ਸ਼ਾਸਨ ਸੰਬੰਧੀ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। ਵਿਰੋਧੀ ਦਲ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ। ਸ਼ਿਕਾਇਤਾਂ ਨੂੰ ਦੂਰ ਕਰਨ ਦੇ ਲਈ ਵਿਰੋਧੀ ਦਲ ਜਿਹੜੇ ਹੁੰਦੇ ਆ ਉਹ ਸਰਕਾਰ ਦੇ ਉੱਪਰ ਦਬਾਅ ਵੀ ਪਾਉਂਦੇ ਹਨ। ਸਰਕਾਰ ਨੂੰ ਨਿਰੰਕੁਸ਼ ਬਣਨ ਤੋਂ ਰੋਕਣਾ, ਭਾਵ ਸਰਕਾਰ ਆਪਣੀਆਂ ਮਨਮਰਜ਼ੀਆਂ ਨਾ ਕਰੇ, ਇਸ ਗੱਲ ਤੋਂ ਸਰਕਾਰ ਨੂੰ ਰੋਕਣਾ। ਜਿਹੜੇ ਵਿਰੋਧੀ ਦਲ ਹੁੰਦੇ ਨੇ ਉਹ ਸੱਤਾ ਦਾ ਦੁਰਉਪਯੋਗ ਕਰਨ ਤੋਂ ਸਰਕਾਰ ਨੂੰ ਰੋਕਦੇ ਹਨ। ਵਿਧਾਨਿਕ ਕੰਮਾਂ ਵਿੱਚ ਭੂਮਿਕਾ। ਵਿਰੋਧੀ ਦਲ ਦੇ ਜਿਹੜੇ ਮੈਂਬਰ ਹੁੰਦੇ ਆ ਕਿਸੇ ਕਾਨੂੰਨ ਦੀ ਲੋੜ ਅਤੇ ਉਚਿਤਤਾ ਸੰਬੰਧੀ ਸ਼ਾਸਕ ਦਲ ਨੂੰ ਸੁਚੇਤ ਕਰਦੇ ਹਨ। ਸੰਸਦ ਵਿੱਚ ਪੇਸ਼ ਹੋਏ ਬਿੱਲਾਂ ਦੀ ਛਾਣਬੀਣ ਕਰਨ ਦੇ ਲਈ ਸੰਸਦੀ ਕਮੇਟੀਆਂ ਨਿਯੁਕਤ ਹੁੰਦੀਆਂ ਹਨ। ਉਹਨਾਂ ਕਮੇਟੀਆਂ ਦੇ ਜਿਹੜੇ ਮੈਂਬਰਸ ਹੁੰਦੇ ਨੇ ਉਹ ਵਿਰੋਧੀ ਦਲ ਦੇ ਮੈਂਬਰਸ ਵੀ ਹੁੰਦੇ ਨੇ ਤੇ ਉਹ ਬਿੱਲਾਂ ਦੀ ਛਾਣਬੀਣ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਸ ਤੋਂ ਨੈਕਸਟ ਹੈ ਸਾਡੇ ਕੋਲ ਬਦਲਵੀਂ ਸਰਕਾਰ ਦਾ ਪ੍ਰਬੰਧ। ਵਿਰੋਧੀ ਦਲ ਰਾਜਨੀਤਿਕ ਸੰਕਟ ਆਉਣ ਤੇ ਸ਼ਾਸਕ ਦਲ ਦੁਆਰਾ ਤਿਆਗ ਪੱਤਰ ਦੇਣ ਕਾਰਨ ਬਦਲਵੀਂ ਸਰਕਾਰ ਦਾ ਨਿਰਮਾਣ ਕਰਨ ਦੀ ਭੂਮਿਕਾ ਵੀ ਨਿਭਾਉਂਦੇ ਹਨ। ਜਦੋਂ ਸੱਤਾਧਾਰੀ ਦਲ ਆਪਣਾ ਬਹੁਮਤ ਗਵਾ ਬੈਠੇ ਤੇ ਉਸਨੂੰ ਤਿਆਗ ਦੇਣਾ ਪਏ ਤਾਂ ਅਜਿਹੀ ਸਥਿਤੀ ਦੇ ਵਿੱਚ ਰਾਜ ਦਾ ਮੁਖੀ ਵਿਰੋਧੀ ਧਿਰ ਦੇ ਨੇਤਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੰਦੇ ਹਨ ਤੇ ਜੇਕਰ ਵਿਰੋਧੀ ਦਲ ਦਾ ਨੇਤਾ ਬਹੁਮਤ ਹਾਸਲ ਕਰ ਲਵੇ ਤਾਂ ਉਹ ਸਰਕਾਰ ਵੀ ਬਣਾ ਲੈਂਦਾ ਹੈ। ਤਾਂ ਪਿਆਰੇ ਬੱਚਿਓ, ਇਹ ਸੀ ਵਿਰੋਧੀ ਦਲ ਦੀ ਭੂਮਿਕਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੂਰਾ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਪਿਆਰੇ ਬੱਚਿਓ, ਇਸ ਪਾਠ ਨੂੰ 5 ਭਾਗਾਂ ਵਿੱਚ ਵੰਡ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਹੋਰ ਜ਼ਿਆਦਾ ਸਮਝ ਦੇ ਲਈ ਤੁਸੀਂ 1 ਤੋਂ ਲੈ ਕੇ 5 ਭਾਗਾਂ ਨੂੰ ਦੁਬਾਰਾ ਦੇਖ ਸਕਦੇ ਹੋ, ਸਮਝ ਸਕਦੇ ਹੋ ਤੇ ਆਪਣੀ ਪਾਠ ਪੁਸਤਕ ਦੇ ਵਿੱਚ ਪਿੱਛੇ ਦਿੱਤੀ ਗਈ ਅਭਿਆਸ ਨੂੰ ਵੀ ਹੱਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬੱਚਿਓ, ਆਪਣਾ ਧਿਆਨ ਰੱਖਣਾ।